हेलो स्टूडेंट्स, गुड मॉर्निंग। नैक्सट टॉपिक अपना है कंप्यूटर नैटवर्क चैप्टर थर्ड जो चल रहा अपना वो अनगाइडड मीडिया। अनगाइडड मीडिया की होंगे मीडिया जो किसी किस्म के निर्देशित मीडिया या किसी गाइडड मीडिया जिमें कि केबलों आदि की वरतों नहीं करता, वो वाले मीडिया जिन्होंने केबलों की वरतों नहीं होंगी हैगी, उन्होंने जगह पर की किया जा सकता जिमें लाइट्स की वरतों होंगी आ, ठीक है, ਜਾਂ फिर इलैक्ट्रोमैगनैटिक वेव्स ਨੂੰ ਵਰਤ ਕੇ ਡਾਟਾ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਪਰ ਲੈ ਜਾਇਆ ਜਾਂਦਾ ਹੈ, ਠੀਕ ਹੈ। ਤਾਂ ਉੱਥੇ ਮਤਲਬ ਕਿ ਕੇਬਲ ਵਗੈਰਾ ਯੂਜ਼ ਨਹੀਂ ਹੁੰਦੇ ਹੈਗੇ। ਫਿਜ਼ੀਕਲ ਅਨਗਾਈਡਡ ਮੀਡੀਆ ਬਿਨਾਂ ਕਿਸੇ ਫਿਜ਼ੀਕਲ ਕੰਡਕਟਰ ਦੀ ਵਰਤੋਂ ਕੀਤੇ ਇਲੈਕਟ੍ਰੋਮੈਗਨੈਟਿਕ ਵੇਵ ਨੂੰ ਵਰਤ ਕੇ ਡਾਟਾ ਟਰਾਂਸਫਰ ਕਰਦਾ ਹੈ। ਇਹਦੇ ਵਿੱਚ ਇਲੈਕਟ੍ਰੋਨਿਕ ਵੇਵ ਜਾਂ ਫਿਰ ਲਾਈਟਸ ਦੀ ਵਰਤੋਂ ਨਾਲ ਹੀ ਟਰਾਂਸਫਰ ਕੀਤਾ ਜਾਂਦਾ ਗਾ ਡਾਟਾ। ਅਸੀਂ ट्रांसमिशन ਨੂੰ ਹੇਠ ਲਿਖੇ ਸਮੂਹਾਂ ਵਿੱਚ ਵੰਡ ਸਕਦੇ ਹਾਂ, ਜਿਵੇਂ ਇਨਫਰਾਰੈਡ ਹੋ ਗਿਆ, ਵਾਈਫਾਈ ਹੋ ਗਿਆ, ਸੈਟੇਲਾइट्स ਹੋ ਗਏ, NFC, ਰੇਡੀਓ ਵੇਵਸ, ਬਲੂਟੁੱਥ ਹੋ ਗਿਆ, ਮਾਈਕ੍ਰੋਵੇਵ। ਇਹ ਸਾਰੇ ਕਿਸ ਦੇ ਟਾਈਪਸ ਨੇ? ਇਹ ਅਨਗਾਈਡਡ ਮੀਡੀਆ ਦੇ ਹੀ ਆ। ਅੱਗੇ ਹੈ ਜੀ ਇਨਫਰਾਰੈਡ ਕੀ ਹੁੰਦਾ? ਇਹ ਵੀ ਅਨਗਾਈਡਡ ਮੀਡੀਆ ਦੀ ਇੱਕ ਟਾਈਪ ਆ। ਇਹਦੇ ਵਿੱਚ ਕੀ ਹੁੰਦਾ? ਇਨਫਰਾਰੈਡ ਵਾਇਰਸ ਮੋਬਾਈਲ ਟੈਕਨੋਲੋਜੀ ਦੀ ਇੱਕ ਕਿਸਮ ਹੈ ਜਿਸ ਦੀ ਵਰਤੋਂ ਛੋਟੇ ਖੇਤਰ ਵਿੱਚ ਕਮਿਊਨੀਕੇਸ਼ਨ ਕਰਨ ਲਈ ਕੀਤੀ ਜਾਂਦੀ ਹੈ। ਛੋਟੇ ਜਿਹੇ ਖੇਤਰ ਵਿੱਚ ਜਿਵੇਂ ਜਿੰਨਾ ਛੋਟਾ ਖੇਤਰ ਹੋ ਸਕਦਾ, ਛੋਟਾ ਜਿਹਾ ਪਿੰਡ ਹੋ ਸਕਦਾ ਗਾ ਜਾਂ ਕੋਈ ਇੰਸਟੀਟਿਊਟ ਹੋ ਸਕਦਾ ਗਾ, ਉਹਦੇ ਵਿੱਚ ਜੇ ਤੁਸੀਂ ਕਰਨਾ। ਇੰਸਟੀਟਿਊਟ ਮੀਨਸ ਕੋਈ ਆਰਗੇਨਾਈਜੇਸ਼ਨਸ, ਕਾਲਜ, ਸਕੂਲ, ਉਹਦੇ ਵਿੱਚ ਜਿਹੜੇ ਤੁਸੀਂ ਟੈਕਨੋਲੋਜੀ ਯੂਜ਼ ਇੱਕ ਮੋਬਾਈਲ ਟੈਕਨੋਲੋਜੀ ਇਹ ਵੀ ਕਮਿਊਨੀਕੇਸ਼ਨ ਲਈ ਯੂਜ਼ ਹੁੰਦਾ ਹੈ। ਸੰਚਾਰ ਦੇ ਕੁਝ ਵੱਡੀਆਂ ਕਮੀਆਂ ਹਨ, ਜਿਵੇਂ ਕਿ ਇਹ ਲਾਈਨ ਆਫ ਸਾਈਟ ਸਿਧਾਂਤ ਅਨੁਸਾਰ ਕੰਮ ਕਰਦੀ ਹੈ। ਇਸ ਦੀ ਟਰਾਂਸਮਿਸ਼ਨ ਰੇਂਜ ਬਹੁਤ ਘੱਟ ਹੁੰਦੀ ਹੈ, ਜਿਸ ਦੇ ਕਾਰਨ ਇਸ ਦੇ ਸਿਗਨਲ ਰਸਤੇ ਵਿੱਚ ਆ ਰਹੀ ਕਿਸੇ ਦੀਵਾਰ ਨੂੰ ਕ੍ਰੋਸ ਨਹੀਂ ਕਰ ਪਾਉਂਦੇ। ਬਸ ਇਹਨਾਂ ਵਿੱਚ ਪ੍ਰੋਬਲਮ ਇਹ ਹੁੰਦੀ ਹੈ ਕਿ ਇੱਕ ਤਾਂ ਇਹਨਾਂ ਦੀ ਰੇਂਜ ਬਹੁਤ ਛੋਟੀ ਹੁੰਦੀ ਹੈ ਟਰਾਂਸਮਿਸ਼ਨ ਦੀ। ਜੇ ਕੋਈ ਰਸਤੇ ਵਿੱਚ ਕੋਈ ਦੀਵਾਰ ਆ, ਮਤਲਬ ਕਿ ਵਾਈਫਾਈ ਚੱਲ ਰਿਹਾ ਇੱਕ ਰੂਮ 'ਚ ਚੱਲ ਰਿਹਾ, ਜ਼ਰੂਰੀ ਨਹੀਂ ਹੈ ਕਿ ਦੂਸਰੇ ਰੂਮ ਦੇ ਵਿੱਚ ਮਤਲਬ ਕਿ ਉਹ ਹੋ ਜੇ ਕ੍ਰੋਸ ਹੁੰਦਾ ਹੋਵੇ, ਤਾਂ ਪ੍ਰੋਬਲਮ ਆ ਜਾਂਦੀ ਹੈ। ਐਪਲੀਕੇਸ਼ਨ ਜਿੱਥੇ ਇਨਫਰਾਰੈਡ ਵੇਵਸ ਦੀ ਵਰਤੋਂ ਕੀਤੀ ਜਾਂਦੀ, ਕਿੱਥੇ ਕੀਤੀ ਜਾ ਸਕਦੀ? ਜਿਵੇਂ ਟੈਲੀਵਿਜ਼ਨ, ਸਟੀਰੀਓ ਅਤੇ ਹੋਰ ਘਰੇਲੂ ਉਪਕਰਨਾਂ ਨੂੰ ਚਲਾਉਣ ਲਈ ਰਿਮੋਟ ਕੰਟਰੋਲ, ਜਿਵੇਂ ਹੋ ਗਿਆ ਰਿਮੋਟ ਕੰਟਰੋਲ ਨਹੀਂ ਹੁੰਦਾ ਜਿਵੇਂ ਆਪਣਾ ਰਿਮੋਟ, ਉਹ ਕਿਹਦੀ ਐਗਜ਼ਾਮਪਲ ਆ? ਇਨਫਰਾਰੈਡ ਦੀ ਆ। ਹੁਣ ਤੁਸੀਂ ਦੇਖੋ ਜਿਹੜਾ ਰਿਮੋਟ ਕੰਟਰੋਲ ਆ, ਜੇ ਇੱਕ ਟੀ ਵੀ ਉਸ ਰੂਮ ਦੇ ਵਿੱਚ ਪਿਆ, ਉੱਥੋਂ ਤੱਕ ਹੀ ਉਹਦਾ ਕੰਟਰੋਲ ਆ। ਜੇ ਟੀ ਵੀ ਕਿਸੇ ਹੋਰ ਰੂਮ 'ਚ ਆ, ਰਿਮੋਟ ਅਸੀਂ ਕਿਸੇ ਹੋਰ ਰੂਮ 'ਚ ਲਈ ਬੈਠੇ ਹਾਂ, ਤਾਂ ਉੱਥੇ ਦਾ ਕੰਟਰੋਲ ਨਹੀਂ ਹੈਗਾ। ਵਾਇਰਲੈਸ ਲੈਨ ਹੋ ਗਿਆ, ਜਿਵੇਂ ਕਿ ਵਾਇਰਲੈਸ ਮੋਡਮ ਹੋ ਗਏ, ਕੀਬੋਰਡ ਹੋ ਗਏ, ਮਾਊਸ ਹੋ ਗਏ, ਪ੍ਰਿੰਟਰ ਹੋ ਗਏ, ਇਹ ਸਾਰੇ ਇਨਫਰਾਰੈਡ ਦੀਆਂ ਐਗਜ਼ਾਮਪਲਸ ਨੇ। ਜਿਵੇਂ ਫਾਇਰ ਡਾਇਰੈਕਟਰ ਹੋ ਗਿਆ, ਨਾਈਟ ਵਿਜ਼ਨ ਸਿਸਟਮ ਹੋ ਗਿਆ, ਘੁਸਪੈਠ ਦੀ ਪਛਾਣ ਕਰਨ ਵਾਲੇ ਸਿਸਟਮ ਹੋ ਗਏ, ਮੋਸ਼ਨ ਡਿਟੈਕਟਰਸ ਹੋ ਗਏ, ਸਾਰੇ ਇਨਫਰਾਰੈਡ ਦੀ ਐਗਜ਼ਾਮਪਲਸ ਨੇ। ਅੱਗੇ NFC ਨੀਅਰ ਫੀਲਡ ਕਮਿਊਨੀਕੇਸ਼ਨ। NFC ਟੈਕਨੋਲੋਜੀ ਇੱਕ ਨਵੀਂ ਕਿਸਮ ਦੀ ਟੈਕਨੋਲੋਜੀ ਹੈ ਜੋ ਡਾਟਾ ਟਰਾਂਸਫਰ ਕਰਨ ਲਈ ਵਰਤੀ ਜਾਂਦੀ ਹੈ। ਇਹ ਕੰਟੈਕਟਲੈਸ ਤਕਨੀਕ ਹੈ ਜਿਸ ਵਿੱਚ NFC ਡਿਵਾਈਸ ਬਲੂਟੁੱਥ ਦੀ ਤਰ੍ਹਾਂ ਹੀ ਕੰਮ ਕਰਦੀ ਹੈ। ਇਸ ਦੀ ਵਰਤੋਂ ਕੰਟੈਕਟਲੈਸ ਪੇਮੈਂਟ ਸਿਸਟਮ ਵਿੱਚ ਹੋ ਸਕਦੀ ਹੈ, ਜਿਵੇਂ ਪੇਮੈਂਟ ਸਿਸਟਮ ਹੋ ਗਿਆ, ਉੱਥੇ ਯੂਜ਼ ਕੀਤੀ ਜਾਂਦੀ ਹੈ। ਕੰਟੈਕਟਲੈਸ ਆ, ਇਹਦੇ ਵਿੱਚ ਜਿਵੇਂ ਬਲੂਟੁੱਥ ਨਾਲ ਆਪਾਂ ਕੰਮ ਕਰਦੇ ਹਾਂ ਉਵੇਂ ਹੀ ਕੰਮ ਕੀਤਾ ਜਾਂਦਾ ਗਾ। ਇਹ ਸੂਚਨਾ ਨੂੰ ਸੰਚਾਰ ਕਰਨ ਦਾ ਇੱਕ ਕੰਪੈਕਟ ਸਾਧਨ ਹੈ ਜਿਸ ਦੀ ਵਰਤੋਂ ਸੋਸ਼ਲ ਮੀਡੀਆ 'ਤੇ ਮਸ਼ਹੂਰੀ ਕਰਨ ਵਾਸਤੇ ਹੋ ਸਕਦੀ ਹੈ। NFC ਟੈਗ ਜਾਂ ਕਾਰਡ ਪੈਸਿਵ ਡਿਵਾਈਸ ਹੁੰਦੇ ਹਨ। ਇਹ ਡਾਟਾ ਸਟੋਰ ਕਰਦੇ ਹਨ। ਡਾਟਾ ਨੂੰ NFC ਡਿਵਾਈਸ ਦੀ ਮਦਦ ਨਾਲ ਵਾਪਸ ਪ੍ਰਾਪਤ ਕੀਤਾ ਜਾਂਦਾ ਹੈ। ਹੁਣ ਜਿਵੇਂ ਕਿ ਫੋਨ ਆ, ਠੀਕ ਹੈ, ਇੱਥੇ NFC ਟੈਗ ਆ, ਠੀਕ ਹੈ, ਇੱਥੋਂ ਮਤਲਬ ਕਿ ਹੋ ਰਹੀਆਂ ਨੇ ਟਰਾਂਸਫਰ ਹੋ ਰਿਹਾ ਹੈ ਡਾਟਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ। NFC ਦੀ ਆਮ ਉਦਾਹਰਨ ਕੀ ਆ? ਦੁਕਾਨਾਂ ਜਾਂ ਸਟੋਰਾਂ 'ਤੇ ਲੱਗੇ ਹੋਏ NFC ਰੀਡਰ ਅਤੇ ਸਮਾਰਟਫੋਨ ਨੂੰ ਸਵਾਈਪ ਕਰਕੇ ਕੰਟੈਕਟਲੈਸ ਪੇਮੈਂਟ ਹੈ। ਉਹ ਲੱਗੇ ਹੁੰਦੇ ਨੇ NFC ਰੀਡਰ ਲੱਗੇ ਹੁੰਦੇ ਦੁਕਾਨਾਂ ਦੇ ਸਟੋਰਾਂ ਦੇ ਉੱਪਰ, ਜਾਂ ਫਿਰ ਸਮਾਰਟਫੋਨ ਦੀ ਹੈਲਪ ਨਾਲ ਸਵਾਈਪ ਕਰਦੇ ਕਾਰਡ ਵਗੈਰਾ, ਠੀਕ ਹੈ, ਪੇਮੈਂਟ ਹੁੰਦੀ ਰਹਿੰਦੀ ਆ। ਉਹ ਕਿਹਦੀ ਐਗਜ਼ਾਮਪਲ ਹੈ? NFC ਦੀ ਹੈਗੀ ਆ। NFC ਡਿਵਾਈਸ ਸਮਾਰਟਫੋਨਾਂ ਵਿੱਚ ਉਪਭੋਗਤਾ ਦੇ ਕ੍ਰੈਡਿਟ ਕਾਰਡ ਦੀ ਸੂਚਨਾ ਨੂੰ ਟਰਾਂਸਮਿਟ ਕਰਦਾ ਹੈ। NFC ਡਿਵਾਈਸ ਦੇ ਨਾਲ ਅਸੀਂ ਸਮਾਰਟਫੋਨ ਦੇ ਵਿੱਚ ਜੋ ਕ੍ਰੈਡਿਟ ਕਾਰਡ ਹੁੰਦੇ ਆ ਉਪਭੋਗਤਾਵਾਂ ਦੇ, ਉਹਨਾਂ ਦੀ ਇਨਫੋਰਮੇਸ਼ਨ ਵੀ ਅਸੀਂ ਗੇਨ ਕਰ ਸਕਦੇ ਹਾਂ। ਅੱਗੇ ਹੈ ਜੀ ਬਲੂਟੁੱਥ ਆਪਾਂ ਨੂੰ ਪਤੀ ਆਮ ਤੌਰ 'ਤੇ ਦੇਖੀ ਹੁੰਦੀ ਆ ਨਾ, ਮੋਬਾਈਲ ਫੋਨ ਦੇ ਵਿੱਚ ਆਮ ਤੌਰ 'ਤੇ ਪਾਈ ਜਾਂਦੀ ਹੈ। ਬਲੂਟੁੱਥ ਇੱਕ ਕਿਸਮ ਦੀ ਰੇਡੀਓ ਸੰਚਾਰ ਤਕਨੋਲੋਜੀ ਹੈ ਜੋ ਫੋਨ, ਕੰਪਿਊਟਰ ਅਤੇ ਹੋਰ ਨੈਟਵਰਕ ਡਿਵਾਈਸਾਂ ਵਿਚਕਾਰ ਇੱਕ ਘੱਟ ਪਾਵਰ ਅਤੇ ਥੋੜ੍ਹੀ ਦੂਰੀ ਦੀ ਵਾਇਰਲੈਸ ਨੈਟਵਰਕਿੰਗ ਨੂੰ ਸਮਰੱਥ ਬਣਾਉਂਦੀ ਹੈ। ਲਾਈਕ ਹੁਣ ਜਿਵੇਂ ਦੋ ਮੋਬਾਈਲ ਫੋਨ ਆ, ਇੱਕ ਮੋਬਾਈਲ ਫੋਨ ਤੋਂ ਦੂਜੇ ਮੋਬਾਈਲ ਫੋਨ 'ਤੇ ਤੁਸੀਂ ਡਾਟਾ ਟਰਾਂਸਫਰ ਕਰਵਾਉਣਾ ਚਾਹੁੰਦੇ ਹੋ, ਤਾਂ ਤੁਸੀਂ ਮਤਲਬ ਕਿ ਤੁਹਾਡੇ ਕੋਲ ਆਪਸ਼ਨਸ ਨੇ, ਤੁਸੀਂ ਬਲੂਟੁੱਥ ਔਨ ਕਰਕੇ ਵੀ ਡਾਟਾ ਟਰਾਂਸਫਰ ਕਰ ਸਕਦੇ। ਘੱਟ ਦੂਰੀ ਦੇ ਉੱਪਰ ਆਪਾਂ ਨੇ ਡਾਟਾ ਟਰਾਂਸਫਰ ਕਰਨਾ ਹੋਵੇ ਤਾਂ ਬਲੂਟੁੱਥ ਇੱਕ ਸਭ ਤੋਂ ਬੈਸਟ ਐਗਜ਼ਾਮਪਲ ਹੈਗੀ ਆ। ਦੋ ਬਲੂਟੁੱਥ ਉਪਕਰਨਾਂ ਨੂੰ ਆਪਸ ਵਿੱਚ ਕੰਟੈਕਟ ਕਰਨ ਲਈ ਜਿਹੜੀ ਪ੍ਰਕਿਰਿਆ ਦੀ ਵਰਤੋਂ ਕੀਤੀ ਜਾਂਦੀ ਹੈ ਉਸਨੂੰ ਪੀਅਰਿੰਗ। ਜਦੋਂ ਦੋ ਮੋਬਾਈਲ ਫੋਨ ਆ ਜਿਨ੍ਹਾਂ ਦੇ ਬਲੂਟੁੱਥ ਔਨ ਹੁੰਦੇ ਆ, ਆਪਸ ਦੇ ਵਿੱਚ ਕਨੈਕਟ ਜਦੋਂ ਹੁੰਦੇ ਆ, ਉਹਨਾਂ ਨੂੰ ਪੀਅਰਿੰਗ ਬੋਲਦੇ ਆ।
ਜਦੋਂ ਤੁਸੀਂ ਉਪਕਰਨ ਦੇ ਇੱਕ ਬਟਨ ਦਬਾਉਂਦੇ ਹੋ ਤਾਂ ਜੇ ਮੈਨੂ ਵਿੱਚ ਕੋਈ ਵਿਕਲਪ ਚੁਣਦੇ ਹੋ ਤਾਂ ਬਲੂਟੁੱਥ ਉਪਕਰਨ ਇੱਕ ਨਵਾਂ ਕਨੈਕਸ਼ਨ ਆਰੰਭ ਕਰਦਾ ਹੈ। ਪੇਅਰਿੰਗ ਡਿਟੇਲ ਡਿਵਾਈਸ ਦੀ ਕਿਸਮ ਦੇ ਆਧਾਰ 'ਤੇ ਵੱਖਰੇ ਹੋ ਸਕਦੇ ਹਨ। ਪਰਸਨਲ ਕੰਪਿਊਟਰ ਦੇ ਹੋਰ ਉਪਕਰਨ ਬਲੂਟੁੱਥ ਡੌਗਲਾਂ ਦੀ ਵਰਤੋਂ ਕਰਕੇ ਆਪਸ ਵਿੱਚ ਕਨੈਕਟ ਕੀਤੇ ਜਾਂਦੇ ਹਨ। ਬਸ ਇਹਦੇ 'ਚ ਇਹੀ ਹੁੰਦਾ ਕਿ ਬਲੂਟੁੱਥ ਨਾਲ ਅਸੀਂ ਥੋੜ੍ਹੀ ਦੂਰੀ ਦੇ ਉੱਪਰ ਮਤਲਬ ਕਿ ਇੱਕ ਦੂਸਰੇ ਨਾਲ ਇੱਕ ਤੋਂ ਵੱਧ ਡਿਵਾਈਸਿਸ ਆਪਸ ਦੇ ਵਿੱਚ ਕਨੈਕਟ ਹੋ ਕੇ ਡਾਟਾ ਟਰਾਂਸਫਰ ਕਰ ਸਕਦੇ ਹਨ। ਅੱਗੇ ਹੈ ਵਾਈਫਾਈ ਤਾਂ ਆਮ ਤੌਰ 'ਤੇ ਦੇਖੀ ਆ ਵਾਈਫਾਈ ਯੂਜ਼ ਹੁੰਦਾ ਅਲੱਗ-ਅਲੱਗ, ਠੀਕ ਹੈ। ਅੱਜ ਦੇ ਟਾਈਮ ਦੇ ਵਿੱਚ ਵਾਈਫਾਈ ਇੱਕ ਪ੍ਰਸਿੱਧ ਵਾਇਰਲੈਸ ਨੈਟਵਰਕਿੰਗ ਟੈਕਨੋਲੋਜੀ ਆ। ਵਾਈਫਾਈ ਦਾ ਅਰਥ ਵਾਇਰਲੈਸ ਫੈਸਿਲਿਟੀ ਹੈ। ਇਸ ਇਹਦਾ ਜਿਹੜਾ ਫੁੱਲ ਨਾਮ ਆ, ਇਸ ਨੂੰ ਆਮ ਤੌਰ 'ਤੇ ਵਾਇਰਲੈਸ ਲੈਨ ਵੀ ਕਿਹਾ ਜਾਂਦਾ ਗਾ। ਛੋਟੀ ਲੈਨ ਮਤਲਬ ਲੋਕਲ ਏਰੀਆ ਨੈਟਵਰਕ, ਥੋੜ੍ਹੀ ਜਿਹੜੀ ਮਤਲਬ ਕਿ ਛੋਟੇ ਏਰੀਆ ਵਿੱਚ ਹੀ ਇਹ ਯੂਜ਼ ਕੀਤਾ ਜਾਂਦਾ ਗਾ। ਵਾਈਫਾਈ ਲੋਕਲ ਏਰੀਆ ਨੈਟਵਰਕ ਨੂੰ ਕੇਬਲ ਅਤੇ ਵਾਇਰਿੰਗ ਤੋਂ ਬਿਨਾਂ ਕੰਮ ਕਰਨ ਦੀ ਆਗਿਆ ਦਿੰਦਾ ਹੈ। ਵਾਈਫਾਈ ਦਾ ਕੰਮ ਕੀ ਹੁੰਦਾ ਕਿ ਵਾਈਫਾਈ ਲੱਗਿਆ ਹੈ ਤਾਂ ਅਸੀਂ ਮਤਲਬ ਕਿ ਇੱਕ ਤੋਂ ਜ਼ਿਆਦਾ ਡਿਵਾਈਸਿਸ ਕਨੈਕਟ ਕਰਕੇ ਉਹਦੇ ਨਾਲ ਆਪਣਾ ਕੀ ਆ ਇੰਟਰਨੈਟ ਯੂਜ਼ ਕਰ ਸਕਦੇ ਜਾਂ ਫਿਰ ਆਪਸ ਦੇ ਵਿੱਚ ਡਾਟਾ ਨੂੰ ਟਰਾਂਸਫਰ ਕਰਵਾ ਸਕਦੇ। ਕਿੱਥੇ ਯੂਜ਼ ਹੁੰਦਾ ਜਾਂ ਜ਼ਿਆਦਾਤਰ ਇਹ ਜਿਵੇਂ ਘਰੇਲੂ ਘਰ ਦੇ ਵਿੱਚ ਵੀ ਵਾਈਫਾਈ ਲੋਕਾਂ ਦੇ ਲੱਗੇ ਹੋਏ ਆ, ਕਿਸੇ ਇੰਸਟੀਟਿਊਟ ਦੇ ਵਿੱਚ ਲੱਗੇ ਹੋ ਸਕਦੇ ਆ, ਠੀਕ ਹੈ। ਕਾਰੋਬਾਰੀ ਨੈਟਵਰਕ ਲਈ ਦੇ ਵਿੱਚ ਇਹ ਯੂਜ਼ ਕੀਤੇ ਜਾਂਦੇ ਆ, ਠੀਕ ਹੈ। ਅਲੱਗ-ਅਲੱਗ ਜਗ੍ਹਾ ਦੇ ਉੱਪਰ ਯੂਜ਼ ਕੀਤੇ ਜਾਂਦੇ ਆ। ਅੱਗੇ ਹੈ ਜੀ ਰੇਡੀਓ ਵੇਵ। ਰੇਡੀਓ ਵੇਵ ਕੀ ਹੁੰਦੀ ਹੈ? ਇੱਕ ਕਿਸਮ ਦੀ ਇਲੈਕਟ੍ਰੋਮੈਗਨੈਟਿਕ ਵੇਵ ਆ। ਇਲੈਕਟ੍ਰੋਮੈਗਨੈਟਿਕ ਵੇਵ ਆ, ਇਹਦੇ ਵਿੱਚ ਕੀ ਹੁੰਦਾ ਜਿਵੇਂ ਕਿ ਇਹ ਸੰਚਾਰ ਟੈਕਨੋਲੋਜੀ ਜਿਵੇਂ ਟੈਲੀਵਿਜ਼ਨ ਹੋ ਗਿਆ, ਮੋਬਾਈਲ ਫੋਨ ਹੋ ਗਏ, ਰੇਡੀਓ ਹੋ ਗਏ ਵਿੱਚ ਵਰਤੋਂ ਲਈ ਮਸ਼ਹੂਰ ਹਨ। ਇਹ ਉਪਕਰਨ ਰੇਡੀਓ ਤਰੰਗਾਂ ਪ੍ਰਾਪਤ ਕਰਦੇ ਹਨ ਐਂਡ ਸਾਊਂਡ ਵੇਵ ਬਣਾਉਣ ਲਈ ਸਪੀਕਰ ਵਿੱਚ ਮਕੈਨੀਕਲ ਕੰਪਨ ਵਿੱਚ ਬਦਲਦੇ ਹਨ। ਰੇਡੀਓ ਵੇਵ ਦੀ ਜਿਹੜੀ ਕੰਮ ਆ ਬਸ ਇਹਦਾ ਕੰਮ ਵੀ ਇਹੀ ਹੁੰਦਾ ਕਿ ਇਹ ਸੰਚਾਰ ਟੈਕਨੋਲੋਜੀ ਵਿੱਚ ਯੂਜ਼ ਕੀਤੇ ਜਾਂਦੇ ਆ, ਜਿਵੇਂ ਟੈਲੀਵਿਜ਼ਨ, ਮੋਬਾਈਲ ਫੋਨ ਵਿੱਚ, ਠੀਕ ਹੈ। ਰੇਡੀਓ ਤਰੰਗਾਂ ਦੀ ਵਰਤੋਂ ਨਾਲ ਅਸੀਂ ਇੱਕ ਦੂਸਰੀ ਜਗ੍ਹਾ ਤੋਂ ਇੱਕ ਜਗ੍ਹਾ ਦੂਜੀ ਜਗ੍ਹਾ 'ਤੇ ਡਾਟਾ ਨੂੰ ਕੀ ਕਰਦੇ ਹਾਂ, ਟਰਾਂਸਮਿਟ ਕਰਦੇ ਹਾਂ। ਰੇਡੀਓ ਵੇਵ ਦੀ ਵਰਤੋਂ ਰੇਡੀਓ ਵੇਵ ਮਲਟੀਕਾਸਟਿੰਗ ਲਈ ਫਾਇਦੇਮੰਦ ਹੁੰਦੀਆਂ ਹਨ। ਇਸ ਵਿੱਚ ਇੱਕ ਸੈਂਡਰ ਬਹੁਤ ਸਾਰੇ ਰਿਸੀਵਰ ਹੁੰਦੇ ਹਨ। ਸੈਂਡਰ ਇੱਕ ਹੀ ਹੁੰਦਾ ਜਿਹਨੇ ਮਤਲਬ ਇਨਫੋਰਮੇਸ਼ਨ ਭੇਜਣੀ ਆ, ਰਿਸੀਵ ਕਰਨ ਵਾਲੇ ਬਹੁਤ ਜ਼ਿਆਦਾ ਹੁੰਦੇ ਆ। ਰਿਸੀਵਰ ਰੇਡੀਓ ਵੇਵ ਦੀਆਂ ਉਦਾਹਰਨਾਂ ਜਿਵੇਂ ਟੈਲੀਵਿਜ਼ਨ ਹੋ ਗਿਆ, AM ਹੋ ਗਿਆ, FM ਹੋ ਗਿਆ, ਠੀਕ ਹੈ। ਰੇਡੀਓ ਕੋਡਲੈਸ ਫੋਨ ਅਤੇ ਪੇਜਿੰਗ। ਰੇਡੀਓ ਵੇਵ ਦੇ ਲਾਭ ਇਹ ਆ ਕਿ ਸ਼ਕਤੀਸ਼ਾਲੀ ਵੇਵਸ ਹੁੰਦੀਆਂ ਨੇ। ਇਹਨਾਂ ਵੇਵਸ ਨੂੰ ਬਹੁਤ ਬਣਾਉਣਾ ਸੌਖਾ ਹੁੰਦਾ ਗਾ। ਬਿਲਡਿੰਗ ਵਿੱਚੋਂ ਵੀ ਕ੍ਰੋਸ ਕਰ ਜਾਂਦੀਆਂ ਨੇ, ਲੰਮੀ ਦੂਰੀ 'ਤੇ ਵੀ ਭੇਜੀਆਂ ਜਾ ਸਕਦੀਆਂ ਨੇ। ਰੇਡੀਓ ਵੇਵਸ ਇੱਕ ਵੱਡੇ ਖੇਤਰ ਨੂੰ ਕਵਰ ਕਰਦੀਆਂ ਨੇ। ਅੱਗੇ ਹੈ ਮਾਈਕ੍ਰੋਵੇਵ। ਮਾਈਕ੍ਰੋਵੇਵ ਕੀ ਹੁੰਦਾ? ਮਾਈਕ੍ਰੋਵੇਵ ਇੱਕ ਹੋਰ ਤਰ੍ਹਾਂ ਦੀਆਂ ਕਿਸਮ ਦੀਆਂ ਵੇਵਸ ਨੇ। ਮਾਈਕ੍ਰੋਵੇਵ ਇਲੈਕਟ੍ਰੋਮੈਗਨੈਟਿਕ ਸਪੈਕਟਰਮ ਕਿਸਮ ਦੀਆਂ ਵੇਵਸ ਹੁੰਦੀਆਂ ਨੇ। ਇਹਦਾ ਮਤਲਬ ਕੀ ਹੁੰਦਾ? ਇਲੈਕਟ੍ਰੋਮੈਗਨੈਟਿਕ ਸਪੈਕਟਰਮ ਕੀ ਹੁੰਦਾ ਕਿ ਇਹ ਹਰ ਤਰ੍ਹਾਂ ਦੇ ਪ੍ਰਕਾਸ਼ ਬਾਰੇ ਦੱਸਦਾ ਹੈ। ਇਹਨਾਂ ਵੇਵਸ ਨੂੰ ਮਨੁੱਖੀ ਅੱਖਾਂ ਨਾਲ ਨਹੀਂ ਦੇਖ ਸਕਦੀਆਂ। ਇਹਨਾਂ ਨੂੰ ਇਹ ਵੇਵਸ ਜਿਹੜੀਆਂ ਇਹ ਹੁੰਦੀਆਂ ਨੇ ਜਿਹੜੀਆਂ ਮਤਲਬ ਕਿ ਟਰਾਂਸਮਿਟ ਹੋ ਰਹੀਆਂ ਹੁੰਦੀਆਂ, ਬਟ ਅਸੀਂ ਆਪ ਦੇਖ ਨਹੀਂ ਸਕਦੇ, ਅੱਖਾਂ ਨਾਲ ਨਹੀਂ ਦੇਖ ਸਕਦੇ। ਇਸ ਦੀ ਇੱਕ ਆਮ ਉਦਾਹਰਨ ਖਾਣਾ ਪਕਾਉਣ ਦਾ ਤਰੀਕਾ, ਜਿਸ ਵਿੱਚ ਊਰਜਾ ਦੀ ਮਦਦ ਨਾਲ ਖਾਣਾ ਬਣਾਇਆ ਜਾਂਦਾ ਹੈ, ਜਿਵੇਂ ਕਿ ਘਰਾਂ ਵਿੱਚ ਮਾਈਕ੍ਰੋਵੇਵ ਓਵਨ ਹੋ ਗਿਆ, ਠੀਕ ਹੈ, ਇਸਤੇਮਾਲ ਹੁੰਦੇ ਆ। ਜੇ ਅਸੀਂ ਮਾਈਕ੍ਰੋਵੇਵ ਸ਼ਬਦ ਦੀ ਵਰਤੋਂ ਕਰੀਏ ਤਾਂ ਮਾਈਕ੍ਰੋਵੇਵ ਪਿਛਲੇ ਅੰਗੇਤਰ ਮਾਈਕਰੋ ਦਾ ਮਤਲਬ ਸਮਾਲ, ਛੋਟਾ, ਅਤੇ ਵੇਵ ਤਰੰਗ ਦੀ ਲੰਬਾਈ, ਵੇਵ ਹੁੰਦੀ ਤਰੰਗ, ਠੀਕ ਹੈ, ਤਰੰਗ ਹੁੰਦੀ ਹੈ। ਇਹ ਸੰਕੇਤ ਦਿੰਦਾ ਹੈ ਕਿ ਮਾਈਕ੍ਰੋਵੇਵ ਛੋਟੇ ਹਨ ਕਿਉਂਕਿ ਉਹਨਾਂ ਕੋਲ ਆਮ ਰੇਡੀਓ ਪ੍ਰਸਾਰਣ ਵਿੱਚ ਵਰਤੀਆਂ ਜਾਣ ਵਾਲੀਆਂ ਵੇਵਸ ਦੀ ਤੁਲਨਾ ਵਿੱਚ ਘੱਟ ਲੰਬਾਈ ਦੀਆਂ ਵੇਵਸ ਹੁੰਦੀਆਂ ਹਨ। ਮਤਲਬ ਛੋਟੇ ਹੁੰਦੇ ਆ, ਘੱਟ ਲੰਬਾਈ ਦੀਆਂ ਵੇਵਸ ਹੁੰਦੀਆਂ ਨੇ ਜਿਹੜੀਆਂ ਕਿ ਇਨਸਾਨੀ ਅੱਖਾਂ ਨਾਲ ਨਹੀਂ ਦੇਖੀਆਂ ਜਾਂਦੀਆਂ, ਬਟ ਕੋਈ ਨਾ ਕੋਈ ਕੰਮ ਕਰਦੀਆਂ, ਲਾਈਕ ਆਪਣੇ ਘਰ ਦੇ ਵਿੱਚ ਪਾਏ ਜਾਣੇ ਵਾਲੀ ਮਾਈਕ੍ਰੋਵੇਵ। ਮਾਈਕਰੋ ਟਰਾਂਸਮਿਸ਼ਨ ਨੂੰ ਹੇਠ ਲਿਖੇ ਅਨੁਸਾਰ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਗਾ। ਇੱਕ ਤਾਂ ਹੈਗਾ ਟੈਰੇਸਟਰੀਅਲ ਮਾਈਕ੍ਰੋਵੇਵ, ਇੱਕ ਹੈਗਾ ਸੈਟੇਲਾਈਟ ਮਾਈਕ੍ਰੋਵੇਵ। ਮਾਈਕ੍ਰੋਵੇਵਸ ਦੇ ਉਪਯੋਗ ਕੀ ਨੇ? ਮਾਈਕ੍ਰੋਵੇਵਸ ਦੀਆਂ ਯੂਨੀਡਾਇਰੈਕਸ਼ਨਲ ਵਿਸ਼ੇਸ਼ਤਾਵਾਂ ਹੋਣ ਕਰਕੇ, ਯੂਨੀਡਾਇਰੈਕਸ਼ਨਲ ਮੀਨਸ ਕਿਸੇ ਵੀ ਡਾਇਰੈਕਸ਼ਨ ਦੇ ਵਿੱਚ ਤੁਸੀਂ ਇਹਨਾਂ ਨੂੰ ਭੇਜ ਸਕਦੇ ਹੋ। ਉਹਨਾਂ ਹਾਲਾਤਾਂ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ ਜਦੋਂ ਭੇਜਣ ਵਾਲੇ ਪ੍ਰਾਪਤ ਕਰਨ ਵਾਲੇ ਵਿਚਕਾਰ ਯੂਨੀਕਾਸਟ ਸੰਚਾਰ ਦੀ ਵਰਤੋਂ ਹੁੰਦੀ ਹੈ। ਸੈਲੂਲਰ ਫੋਨ ਹੋ ਗਏ, ਸੈਟੇਲਾਈਟ ਨੈਟਵਰਕ ਹੋ ਗਿਆ, ਵਾਇਰਲੈਸ ਲੈਨ ਹੋ ਗਿਆ, ਠੀਕ ਹੈ, ਸਾਰੀਆਂ ਵਰਤੋਂ ਕਰਦੀਆਂ ਨੇ ਮਾਈਕ੍ਰੋਵੇਵਸ ਦੀਆਂ। ਮਾਈਕ੍ਰੋਵੇਵਸ ਦੇ ਫਾਇਦੇ ਕੀ ਹੁੰਦੇ ਆ? ਸਸਤਾ ਹੁੰਦਾ ਮਾਈਕ੍ਰੋਵੇਵ ਸੰਚਾਰ, ਸੌਖਾ ਹੁੰਦਾ ਪ੍ਰਦਾਨ ਕਰਨਾ। ਇਹਦੇ ਹਾਨੀਕਾਰਕ ਨੁਕਸਾਨ ਕੀ ਆ? ਮਾਈਕ੍ਰੋਵੇਵ ਦੀ ਜਿਹੜੀ ਬੈਂਡਵਿਡਥ ਆ ਉਹ ਸੀਮਿਤ ਹੁੰਦੀ ਆ, ਮਤਲਬ ਕਿ ਇੱਕ ਲਿਮਟਡ ਡਾਟਾ ਹੀ ਅਸੀਂ ਟਰਾਂਸਮਿਟ ਕਰ ਸਕਦੇ ਹਾਂ। ਸਿਗਨਲ ਨੂੰ ਪੜਾਅ ਤੋਂ ਬਾਹਰ ਭੇਜਿਆ ਜਾ ਸਕਦਾ ਹੈ। ਕਿਸੇ ਵੀ ਤਰ੍ਹਾਂ ਦੀ ਵਾਤਾਵਰਨ ਦੀ ਕੋਈ ਤਬਦੀਲੀ, ਜਿਵੇਂ ਮੀਂਹ, ਹਵਾ, ਸਿਗਨਲ ਵਿਗਾੜ, ਜੇ ਤੁਸੀਂ ਕੋਈ ਇਨਵਾਇਰਮੈਂਟਲ ਕੋਈ ਡਿਸਟਰਬੈਂਸਿਸ ਹੁੰਦੀਆਂ ਨੇ, ਲਾਈਕ ਮੀਂਹ ਪੈ ਰਿਹਾ ਗਾ, ਹਵਾ ਗਈ, ਤਾਂ ਉਹਦੇ ਨਾਲ ਕੀ ਆ, ਸਿਗਨਲਸ ਜਿਹੜੇ ਹੁੰਦੇ ਵੀਕ ਹੁੰਦੇ ਆ ਮਾਈਕ੍ਰੋਵੇਵ ਜਿਹਦੇ ਨਾਲ ਤੁਸੀਂ ਡਾਟਾ ਟਰਾਂਸਮਿਟ ਕਰ ਰਹੇ ਹੋ। ਅੱਗੇ ਹੈ ਜੀ ਟੈਰੇਸਟਰੀਅਲ ਮਾਈਕ੍ਰੋਵੇਵ ਐਂਡ ਇਸ ਕਿਸਮ ਦੀ ਮਾਈਕ੍ਰੋਵੇਵ ਧਰਤੀ 'ਤੇ ਮੌਜੂਦ 2 ਮਾਈਕ੍ਰੋਵੇਵ ਸਟੇਸ਼ਨਾਂ 'ਤੇ ਭੇਜੀ ਜਾਂਦੀ ਹੈ।
ਇਹ ਕੀ ਹੁੰਦੇ ਜੀ 2 ਮਾਈਕ੍ਰੋਵੇਵ ਸਟੇਸ਼ਨ ਨੇ, ਉਹਨਾਂ ਉੱਪਰ ਜੇ ਤੁਸੀਂ ਕੁਛ ਵੀ ਭੇਜਣਾ, ਡਾਟਾ ਭੇਜਣਾ ਗਾ ਤਾਂ ਇਹ ਟੈਰੇਸਟਰੀਅਲ ਮਾਈਕ੍ਰੋਵੇਵ ਤੁਸੀਂ ਯੂਜ਼ ਕਰਦੇ, ਲੰਮੀ ਦੂਰੀ ਦੇ ਸੰਚਾਰ ਲਈ ਸਭ ਤੋਂ ਵਧੀਆ ਇਹ ਚੀਜ਼ ਮੰਨੀ ਜਾਂਦੀ ਆ। ਅੱਗੇ ਹੈ ਸੈਟੇਲਾਈਟ ਮਾਈਕ੍ਰੋਵੇਵ। ਸੈਟੇਲਾਈਟ ਆਪਾਂ ਆਮ ਤੌਰ 'ਤੇ ਦੇਖਦੇ ਹਾਂ ਜਿਹੜੇ ਆਪਣੇ ਅੱਜ ਕੱਲ੍ਹ ਮੋਬਾਈਲ ਫੋਨ ਦੇ ਵਿੱਚ ਨੈਟਵਰਕ ਦੀ ਆਪਾਂ ਨੂੰ ਫੈਸਿਲਿਟੀ ਮਿਲ ਰਹੀ ਆ, ਜਾਂ ਫਿਰ TV ਦੇ ਉੱਪਰ ਬਰੋਡਕਾਸਟਿੰਗ ਹੁੰਦੇ ਚੈਨਲ ਦੀ, ਸਾਰੇ ਸੈਟੇਲਾਈਟਸ ਦੇ ਥਰੂ ਹੁੰਦੇ ਆ। ਸੈਟੇਲਾਈਟਸ ਲਾਂਚ ਵਗੈਰਾ ਹੁੰਦੇ ਰਹਿੰਦੇ ਆ, ਠੀਕ ਹੈ, ਕੰਟਰੀਜ਼ ਦੁਆਰਾ। ਤਾਂ ਸੈਟੇਲਾਈਟਸ ਦੀ ਹੈਲਪ ਨਾਲ ਹੀ ਉਹ ਸਾਰਾ ਕਮਿਊਨੀਕੇਸ਼ਨ ਪੋਸੀਬਲ ਹੋ ਪਾਉਂਦਾ ਗਾ। ਸੈਟੇਲਾਈਟ ਮਾਈਕ੍ਰੋਵੇਵ ਇੱਕ ਅਜਿਹੀ ਐਂਟੀਟੀ ਹੈ ਜੋ ਧਰਤੀ ਦੇ ਦੁਆਲੇ ਇੱਕ ਉਚਾਈ 'ਤੇ ਘੁੰਮਦੀ ਹੈ। ਦੇਖੋ ਜਿਵੇਂ ਧਰਤੀ ਹੈ ਅਤੇ ਉੱਤੇ ਸੈਟੇਲਾਈਟ ਛੱਡ ਦਿੱਤੇ ਜਾਂਦੇ ਆਰਬਿਟ ਦੇ ਵਿੱਚੋਂ, ਠੀਕ ਹੈ, ਮਤਲਬ ਕਿ ਕੰਟਰੀਜ਼ ਦੁਆਰਾ ਡਿਫਰੈਂਟ ਆਪਣੇ ਲਈ ਕਈ ਤਾਂ ਮਤਲਬ TV ਸਿਗਨਲਸ ਲਈ ਹੁੰਦੇ ਆ, ਕਈ ਵੈਦਰ ਫੋਰਕਾਸਟਿੰਗ ਲਈ ਵੀ, ਵੈਦਰ ਫੋਰਕਾਸਟਿੰਗ ਮਤਲਬ ਕਿ ਜੋ ਮੌਸਮ ਆ ਉਹਦੀ ਜਾਣਕਾਰੀ ਪ੍ਰਾਪਤ ਕਰਨ ਲਈ ਵੀ ਸੈਟੇਲਾਈਟਸ ਬਹੁਤ ਤਰ੍ਹਾਂ ਦੇ ਹੁੰਦੇ ਆ, ਜਾਂ ਫਿਰ ਮੋਬਾਈਲ ਫੋਨ ਨੂੰ ਦੇ ਵਿੱਚ ਨੈਟਵਰਕ ਦੀ ਫੈਸਿਲਿਟੀ ਦੇਣ ਲਈ ਵੀ ਯੂਜ਼ ਕੀਤੇ ਜਾਂਦੇ ਆ, ਠੀਕ ਹੈ। ਸੈਟੇਲਾਈਟ ਸੰਚਾਰ ਫਾਈਬਰ ਆਪਟਿਕ ਅਤੇ ਕੇਬਲ ਮਾਧਿਅਮਾਂ ਨਾਲੋਂ ਵਧੇਰੇ ਲਚਕਤਾ ਪੇਸ਼ ਕਰਦੇ ਹਨ। ਅਸੀਂ ਸੈਟੇਲਾਈਟ ਸੰਚਾਰ ਦੀ ਵਰਤੋਂ ਕਰਕੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਸਿਗਨਲ ਨੂੰ ਸੰਚਾਰਿਤ ਕਰਦੇ ਹਾਂ। ਜੇ ਦੇਖੋ ਤੁਸੀਂ ਕੋਈ ਬੰਦਾ ਬਾਹਰ ਬੈਠਾ ਹੈ, ਕੋਈ ਆਪਣੇ ਇੰਡੀਆ ਦੇ ਵਿੱਚ ਫੋਨ ਕਰ ਰਿਹਾ, ਫੋਨ ਕਿਵੇਂ ਆਪਸ 'ਚ ਕਮਿਊਨੀਕੇਟ ਹੋ ਰਿਹਾ ਗਾ, ਤਾਂ ਉਹ ਸੈਟੇਲਾਈਟਸ ਦੇ ਥਰੂ ਹੀ ਪੋਸੀਬਲ ਹੋ ਪਾਉਂਦਾ ਗਾ। ਸੈਟੇਲਾਈਟ ਮਾਈਕ੍ਰੋਵੇਵ ਦੇ ਕੀ ਫਾਇਦੇ ਆ, ਇਹਦੇ ਫਾਇਦੇ ਕੀ ਆ, ਧਰਤੀ ਦੇ ਮਾਈਕ੍ਰੋਵੇਵ ਨਾਲੋਂ ਜ਼ਿਆਦਾ ਹੁੰਦਾ ਹੈ, ਕਵਰੇਜ ਖੇਤਰ ਜ਼ਿਆਦਾ ਹੁੰਦਾ ਗਾ, ਮਤਲਬ ਕਿ ਬਹੁਤ ਜ਼ਿਆਦਾ ਖੇਤਰ ਨੂੰ ਇਹ ਕਵਰ ਕਰਦਾ ਗਾ, ਲਾਈਕ ਪੂਰੇ ਵਰਲਡ ਨੂੰ ਹੀ ਕਵਰ ਕਰ ਲੈਂਦਾ। ਇੱਕ ਕੰਟਰੀ ਦੂਜੀ ਕੰਟਰੀ ਵਿੱਚ ਮੋਬਾਈਲ ਫੋਨ ਨਾਲ ਕਿਵੇਂ ਕਾਲ ਕੀਤੀ ਜਾਂਦੀ ਹੈ, ਉਹ ਸਾਰੇ ਸੈਟੇਲਾਈਟ ਨਾਲ ਹੀ ਪੋਸੀਬਲ ਆ ਨਾ, ਇਸ ਕਰਕੇ ਉਹ ਪੂਰੀਆਂ ਵਰਲਡ ਨੂੰ ਇਹ ਕਵਰ ਕਰਦਾ। ਇਸ ਦੀ ਵਰਤੋਂ ਕਈ ਤਰ੍ਹਾਂ ਦੀਆਂ ਐਪਲੀਕੇਸ਼ਨਾਂ ਵਿੱਚ ਕੀਤੀ ਜਾਂਦੀ, ਜਿਵੇਂ ਮੌਸਮ ਦੀ ਭਵਿੱਖਬਾਣੀ ਆ, ਰੇਡੀਓ TV ਸਿਗਨਲਾਂ ਵਾਸਤੇ, ਜਾਂ ਫਿਰ ਮੋਬਾਈਲ ਸੰਚਾਰ ਵਾਸਤੇ। ਨੁਕਸਾਨ ਕੀ ਆ, ਉਪਗ੍ਰਹਿ ਦੀ ਉਤਪਾਦਨ ਲਾਗਤ ਬਹੁਤ ਜ਼ਿਆਦਾ ਹੁੰਦੀ ਹੈ। ਸੈਟੇਲਾਈਟ ਨੂੰ ਲਾਂਚ ਕਰਨਾ ਬਹੁਤ ਮਹਿੰਗਾ ਹੁੰਦਾ ਬਹੁਤ ਜ਼ਿਆਦਾ। ਇਹਨੂੰ ਲਾਂਚ ਕਰਨਾ ਮਾੜੇ ਮੌਸਮ ਵਿੱਚ ਇਹ ਕੰਮ ਨਹੀਂ ਕਰਦਾ, ਇਹਦਾ ਸੰਚਾਰ ਘੱਟ ਜਾਂਦਾ। ਨੈਕਸਟ ਹੈ ਜੀ ਸੰਚਾਰ ਮੋਡ, ਜੋ ਆਪਾਂ ਨੈਕਸਟ ਵੀਡੀਓ ਵਿੱਚ ਟੌਪਿਕ ਦੇ ਵਿੱਚ ਇਹ ਟੌਪਿਕ ਡਿਸਕਸ ਕਰਾਂਗੇ। ਥੈਂਕ ਯੂ ਸੋ ਮਚ।